ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਅਸੀਂ ਗੱਲ ਕਰਨੀ ਹੈ ਇਨਕਮ ਟੈਕਸ ਸਾਲ 2021-22 ਦੇ ਸੰਬੰਧ ਵਿੱਚ। ਸਾਨੂੰ ਪਤਾ ਹੈ ਕਿ 31 ਮਾਰਚ ਨਜ਼ਦੀਕ ਆ ਰਿਹਾ ਤੇ ਹਰ ਸਾਲ ਦੀ ਤਰ੍ਹਾਂ ਅਸੀਂ ਇਸ ਸਾਲ ਵੀ ਜਿਹੜਾ ਆਪਣਾ ਬਣਦਾ ਟੈਕਸ ਹੈ 31 ਮਾਰਚ ਤੋਂ ਪਹਿਲਾਂ ਆਪਣੀ ਪੇ ਵਿੱਚੋਂ ਉਹਦੀ ਡਿਡਕਸ਼ਨ ਕਟੌਤੀ ਕਰਵਾਉਣੀ ਹੈ। 2019-20 ਦੇ ਬਜਟ ਤੋਂ ਬਾਅਦ ਸਾਡੇ ਕੋਲ ਭਾਰਤ ਸਰਕਾਰ ਦੁਆਰਾ ਦੋ ਤਰ੍ਹਾਂ ਦੀਆਂ ਜਿਹੜੀਆਂ ਬਜਟ ਤਜਵੀਜ਼ਾਂ ਰੱਖੀਆਂ ਗਈਆਂ ਸੀ, ਜਿਹਦੇ ਵਿੱਚ ਸਾਨੂੰ ਦੋ ਤਰ੍ਹਾਂ ਦੀ ਟੈਕਸ ਸਲੈਬ ਦਿੱਤੀਆਂ ਗਈਆਂ ਸੀ। ਇੱਕ ਸਾਡੇ ਕੋਲ ਆਪਸ਼ਨ ਦਿੱਤੀ ਗਈ ਸੀ ਕਿ ਅਸੀਂ 올ਡ ਟੈਕਸ ਸਟਰਕਚਰ ਲੈ ਸਕਦੇ ਹਾਂ, ਦੂਸਰਾ ਸੀ ਕਿ ਅਸੀਂ ਨਿਊ ਟੈਕਸੇਸ਼ਨ ਸਿਸਟਮ 'ਚ ਜਾ ਸਕਦੇ ਹਾਂ। ਹੁਣ ਨਵਾਂ ਤੇ ਪੁਰਾਣਾ ਸਿਸਟਮ ਕੀ ਹੈ, ਅਸੀਂ ਉਹਨੂੰ ਦੇਖਦੇ ਹਾਂ। ਪੁਰਾਣਾ ਸਿਸਟਮ ਜੇਕਰ ਅਸੀਂ ਅਡੋਪਟ ਕਰਦੇ ਹਾਂ ਤਾਂ ਸਾਨੂੰ ਸਾਰੇ ਤਰ੍ਹਾਂ ਦੀਆਂ ਜਿਹੜੀਆਂ ਰਿਬੇਟਸ ਆ ਉਹ ਮਿਲਦੀਆਂ, ਪਲੱਸ ਥੋੜ੍ਹਾ ਜਿਹਾ ਟੈਕਸ ਜ਼ਿਆਦਾ ਹੁੰਦਾ, ਪਰ ਰਿਬੇਟ ਕੱਢਣ ਤੋਂ ਬਾਅਦ ਕਈ ਵਾਰ ਉਹ ਟੈਕਸ ਘੱਟ ਵੀ ਜਾਂਦਾ। ਨਵੇਂ ਟੈਕਸ ਸਟਰਕਚਰ ਵਿੱਚ ਟੈਕਸ ਦਰਾਂ ਘੱਟ ਨੇ, ਪਰ ਤੁਸੀਂ ਕਿਸੇ ਤਰ੍ਹਾਂ ਦੀ ਕੋਈ ਰਿਬੇਟ ਨਹੀਂ ਲੈ ਸਕਦੇ। ਨਾ ਤੁਹਾਨੂੰ ਕੋਈ ਸਟੈਂਡਰਡ ਡਿਡਕਸ਼ਨ ਮਿਲਣੀ ਹੈ, ਨਾ ਤੁਸੀਂ GPF, PPF, NPS ਕਿਸੇ ਤਰ੍ਹਾਂ ਦੀ ਕੋਈ ਵੀ ਆਪਸ਼ਨ ਜਿਹੜੀ ਆ ਉਹ ਨਹੀਂ ਲੈ ਸਕਦੇ, ਨਾ ਕੋਈ GIS, ਨਾ ਕੋਈ ਲਾਈਫ ਇੰਸ਼ੋਰੈਂਸ ਸਕੀਮ, ਕਿਸੇ ਤਰ੍ਹਾਂ ਦੀ ਤੁਹਾਨੂੰ ਕੋਈ ਵੀ ਰਿਬੇਟ ਜਿਹੜੀ ਆ ਉਹ ਨਹੀਂ ਦਿੱਤੀ ਜਾਣੀ। ਤਾਂ ਅਸੀਂ ਇੱਕ ਮੁਕਾਬਲਾ ਕਰਦੇ ਹਾਂ, ਕੰਪੈਰੀਜ਼ਨ ਕਰਦੇ ਦੋਨਾਂ ਟੈਕਸ ਦਰਾਂ ਦਾ। ਅਖੀਰ ਦੇ ਵਿੱਚ ਅਸੀਂ ਇੱਕ ਉਦਾਹਰਨ ਵੀ ਦੇਖਾਂਗੇ। ਉਦਾਹਰਨ ਦੇ ਨਾਲ ਅਸੀਂ 12 ਲੱਖ ਦੀ ਆਮਦਨ ਲਵਾਂਗੇ, 1 ਲੱਖ ਰੁਪਈਆ ਪਰ ਮੰਥ ਦੇ ਹਿਸਾਬ ਨਾਲ। 12 ਲੱਖ ਦੀ ਆਮਦਨ ਦੇ ਨਾਲ ਅਸੀਂ ਦੋਨੇ ਟੈਕਸ ਸਲੈਬ ਦਾ ਜਿਹੜਾ ਮੁਕਾਬਲਾ ਹੈ ਉਹ ਟੈਕਸ ਕੈਲਕੂਲੇਟਰ ਦੇ ਨਾਲ ਕਰਾਂਗੇ। ਤਾਂ ਆਪਾਂ ਪਹਿਲਾਂ ਦੇਖਦੇ ਹਾਂ ਕਿ ਦੋਨਾਂ ਦੀਆਂ ਟੈਕਸ ਦਰਾਂ ਕੀ ਨੇ। 올ਡ ਟੈਕਸ ਸਿਸਟਮ ਵਿੱਚ ਕੀ ਹੈ ਕਿ 0 ਤੋਂ ਲੈ ਕੇ 2.5 ਲੱਖ ਤੱਕ, 2,50,000 ਤੱਕ ਸਾਨੂੰ ਟੈਕਸ ਜਿਹੜਾ ਉਹ 0% ਪੈਂਦਾ। ਨਵੇਂ ਟੈਕਸ ਸਿਸਟਮ ਵਿੱਚ ਵੀ ਇਹੀ ਹੈ ਕਿ ਸਾਨੂੰ ਜਿਹੜਾ ਰੇਟ ਹੈ 0 ਤੋਂ ਲੈ ਕੇ 2,50,000 ਜਿਹੜਾ ਰੇਟ ਹੈ ਉਹ ਸਾਨੂੰ 0% ਹੀ ਲੱਗਦਾ। 2.5 ਲੱਖ ਤੋਂ ਲੈ ਕੇ 5 ਲੱਖ ਤੱਕ ਸਾਨੂੰ ਪੁਰਾਣੇ ਸਟਰਕਚਰ ਵਿੱਚ 5% ਟੈਕਸ ਲੱਗਦਾ, ਤੇ ਇਸੇ ਤਰ੍ਹਾਂ ਹੀ ਨਵੇਂ ਸਿਸਟਮ ਵਿੱਚ ਵੀ 0 ਤੋਂ ਲੈ ਕੇ 5 ਲੱਖ ਤੱਕ ਸਾਨੂੰ 5% ਟੈਕਸ ਜਿਹੜਾ ਹੈ ਉਹਦੀ ਦੇਣਦਾਰੀ ਬਣਦੀ ਹੈ। ਇਸ ਸਮੇਂ ਇਸ ਰਕਮ ਦਾ ਕੋਈ ਫਰਕ ਜਿਹੜਾ ਉਹ ਨਹੀਂ ਹੈ। ਇੱਥੋਂ ਅੱਗੇ ਫਰਕ ਸ਼ੁਰੂ ਹੁੰਦਾ। ਪੁਰਾਣੇ ਸਿਸਟਮ ਵਿੱਚ 5 ਤੋਂ ਲੈ ਕੇ 10 ਲੱਖ ਤੱਕ ਸਾਨੂੰ 20% ਦੀ ਦੇਣਦਾਰੀ ਸਾਡੀ, ਅਸੀਂ 20% ਪੈਸਾ ਜਿਹੜਾ ਪੇ ਕਰਨਾ, ਤੇ 10 ਲੱਖ ਤੋਂ ਵੱਧ ਜਿੰਨੀ ਵੀ ਸਾਡੀ ਆਮਦਨ ਹੋਵੇ ਅਸੀਂ ਉਸ ਤੇ 30% ਜਿਹੜਾ ਟੈਕਸ ਹੈ ਉਹ ਦੇਣਾ ਹੁੰਦਾ। ਪਰ ਅਸੀਂ ਸਾਰੇ ਤਰ੍ਹਾਂ ਦੇ ਰਿਬੇਟ, ਹੋਮ ਲੋਨ ਤੋਂ ਲੈ ਕੇ LIC, GPF, PPF, NPS, ਸਟੈਂਡਰਡ ਡਿਡਕਸ਼ਨ, GIS ਜਾਂ ਜੋ ਵੀ ਸਾਡੇ ਕੋਲ ਹੁੰਦੀਆਂ ਰਿਬੇਟ ਦੇ ਆਪਸ਼ਨ ਦਿੱਤੇ ਹੋਏ ਭਾਰਤ ਸਰਕਾਰ ਨੇ, ਉਹ ਅਸੀਂ ਰਿਬੇਟਸ ਜਿਹੜੀਆਂ ਲੈ ਸਕਦੇ ਹਾਂ। ਇਸ ਇੱਧਰ ਦੂਸਰੀ ਸਾਈਡ ਜਿਹੜਾ ਨਵਾਂ ਟੈਕਸ ਸਟਰਕਚਰ ਹੈ, ਇਹਦੇ ਵਿੱਚ 5 ਲੱਖ ਤੋਂ ਬਾਅਦ ਸਟਰਕਚਰ ਚੇਂਜ ਹੋ ਜਾਂਦਾ। 5 ਲੱਖ ਤੋਂ ਲੈ ਕੇ 7,50,000 ਤੱਕ ਅਸੀਂ ਟੈਕਸ ਜਿਹੜਾ ਉਹ 10% ਦੇਣਾ। ਦੂਸਰੇ ਪਾਸੇ 20% ਹੈ, ਇੱਧਰ 10% ਹੈ, ਪਰ ਇੱਧਰ ਰਿਬੇਟ ਕੋਈ ਨਹੀਂ ਮਿਲਣੀ। ਇਸੇ ਤਰ੍ਹਾਂ ਹੀ 7,50,000 ਤੋਂ 10 ਲੱਖ ਤੱਕ ਅਸੀਂ ਜਿਹੜਾ ਟੈਕਸ ਹੈ 15% ਦੇਣਾ। 10 ਲੱਖ ਤੋਂ 12,50,000 ਤੱਕ ਜਿਹੜਾ ਟੈਕਸ ਹੈ ਉਹ ਹੋਰ 5% ਵੱਧ ਜਾਂਦਾ ਤੇ 20% ਹੋ ਜਾਂਦਾ। ਇਸੇ ਤਰ੍ਹਾਂ ਹੀ 12,50,000 ਤੋਂ 15 ਲੱਖ ਤੱਕ ਜਿਹੜਾ ਟੈਕਸ ਹੈ ਉਹ ਹੋਰ 15% ਵੱਧ ਕੇ 25% ਹੋ ਜਾਂਦਾ। ਤੇ 15 ਲੱਖ ਤੋਂ ਜੋ ਵੀ ਜ਼ਿਆਦਾ ਰਕਮ ਹੋਏਗੀ ਤੁਹਾਡੀ ਟੈਕਸੇਬਲ, ਉਸ ਤੇ ਟੈਕਸ 30% ਦੇ ਹਿਸਾਬ ਨਾਲ ਸਾਨੂੰ ਜਿਹੜਾ ਹੈ ਉਹ ਦੇਣਾ ਪੈਣਾ। ਤਾਂ ਤੁਸੀਂ ਦੋਨੇ ਦਰਾਂ ਦੇਖ ਸਕਦੇ ਹੋ। ਜਿੱਥੇ ਇਹ ਸਾਈਡ ਥੋੜ੍ਹਾ ਜਿਹਾ ਟੈਕਸ ਦਰਾਂ ਜ਼ਿਆਦਾ ਨੇ, ਇੱਥੇ ਰਿਬੇਟ ਦੀ ਆਪਸ਼ਨ ਹੈ, ਤੇ ਇੱਧਰ ਟੈਕਸ ਦਰਾਂ ਘੱਟ ਨੇ ਪਰ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਰਿਬੇਟ ਜਿਹੜੀ ਹੈ ਉਹ ਨਹੀਂ ਮਿਲਣੀ। ਹੁਣ ਅਸੀਂ ਇੱਕ ਉਦਾਹਰਨ ਅਸੀਂ ਦੇਖਦੇ ਹਾਂ। ਅਸੀਂ ਇੱਕ ਉਦਾਹਰਨ ਲੈਂਦੇ ਹਾਂ ਜਿਸ ਵਿੱਚ ਅਸੀਂ 12 ਲੱਖ ਦੀ ਆਮਦਨ ਲੈਂਦੇ ਹਾਂ। ਅਸੀਂ 12 ਲੱਖ ਦੀ ਆਮਦਨ ਲੈਂਦੇ ਹਾਂ ਤਾਂ ਉਹ ਦੇਖਦੇ ਹਾਂ ਅਸੀਂ ਵੀ ਉਸ ਨਾਲ ਸਾਨੂੰ ਕਿੰਨਾ ਟੈਕਸ ਪੈਂਦਾ। ਤਾਂ ਚਲੋ ਆਪਾਂ ਟੈਕਸ ਕੈਲਕੂਲੇਟਰ ਚੱਲਦੇ ਹਾਂ ਤੇ ਆਪਸ਼ਨਾਂ ਦੇਖਦੇ ਹਾਂ ਕਿ ਕੀ ਆਪਸ਼ਨ ਨੇ। ਮੈਂ ਇੱਕ ਕੈਲਕੂਲੇਟਰ ਤਿਆਰ ਕੀਤਾ। ਇਸ ਕੈਲਕੂਲੇਟਰ ਵਿੱਚ ਜਿਹੜਾ ਪਹਿਲੀ ਆਪਸ਼ਨ ਹੈ ਫਿਲ ਡਾਟਾ, ਉਸ ਵਿੱਚ ਤੁਸੀਂ ਸਿਰਫ ਡਾਟਾ ਭਰਨਾ, ਜੋ ਵੀ ਤੁਹਾਨੂੰ ਆਪਸ਼ਨ ਦੀਆਂ ਡਾਟਾ ਭਰਦੇ ਜਾਵਾਂਗੇ ਆਪਾਂ। ਦੂਸਰੇ ਟੈਕਸ ਪਰਫਾਰਮੇ ਦੂਸਰੀ ਆਪਸ਼ਨ ਆੜੀ, ਉਸ ਤੇ ਤੁਹਾਡਾ ਦੋਨੇ ਤਰ੍ਹਾਂ ਦੀ ਆਪਸ਼ਨ ਦੇ ਨਾਲ ਹੀ ਪੁਰਾਣੀ ਟੈਕਸ ਸਟਰਕਚਰ ਤੇ ਨਵਾਂ ਟੈਕਸ ਸਟਰਕਚਰ ਦੋਨਾਂ ਦੇ ਮੁਤਾਬਕ ਤੁਹਾਡਾ ਟੈਕਸ ਕੈਲਕੂਲੇਟ ਹੋ ਜਾਣਾ। ਤੀਸਰੇ ਤੇ ਆਪਣੇ ਆਪ ਦੋਨੋਂ ਦੇ ਦੋਨੋਂ ਜਿਹੜੇ 16 ਨੰਬਰ ਹੈ, ਨਵੀਂ ਸਕੀਮ ਤੇ ਪੁਰਾਣੀ ਸਕੀਮ ਤੱਕ ਤੁਹਾਡੇ 16 ਨੰਬਰ ਜਿਹੜੇ ਆ ਉਹ ਫਿਲ ਹੋ ਜਾਣੇ। ਤੁਸੀਂ ਕਰਨਾ ਕਿ ਸਿਰਫ ਇੰਨਾ ਹੀ ਕਰਨਾ ਹੈ ਕਿ ਪਹਿਲੇ ਕਾਲਮ ਵਿੱਚ ਫਿਲ ਡਾਟਾ ਸ਼ੀਟ ਵਿੱਚ ਆਪਣੀ ਡਿਟੇਲ ਭਰਨੀ ਹੈ।
ਤਾਂ ਆਪਾਂ ਸ਼ੁਰੂ ਕਰਦੇ ਹਾਂ। ਕਰਮਚਾਰੀ ਹੈ, ਆਪਾਂ ਕੋਈ ਵੀ ਨਾਮ ਲਿਖ ਸਕਦੇ ਹਾਂ। ਮੰਨ ਲਓ ਕਿ ਰੁਪਿੰਦਰ ਸਿੰਘ ਨਾਮ ਦੇ ਕੋਈ ਕਰਮਚਾਰੀ ਨੇ, ਉਹਨਾਂ ਦਾ ਕੋਈ ਡੈਜ਼ਿਗਨੇਸ਼ਨ ਹੋ ਸਕਦਾ ਕਿਸੇ ਕਿਸਮ ਦਾ ਵੀ। ਮੰਨ ਲਓ ਕਿ ਉਹ ਕਲਰਕ ਦੀ ਪੋਸਟ ਤੇ ਨੇ, ਉਹਨਾਂ ਦਾ ਕੋਈ ਇੱਕ ਐਡਰੈਸ ਹੈ, ਸਿਟੀ ਹੈ ਬਠਿੰਡਾ, ऑफिशियल एड्रैस बठिंडा है, रेजिडेंशियल एड्रैस भी बठिंडा का ही है। पैन नंबर तुसीं कोई भी लिख सकते हो उत्थे, प्रैन नंबर भी तुसीं कोई लिख सकते हो उत्थे। उस तो अगे तुसीं उन्हां दी सैलरी लिखनी है। टोटल सैलरी उन्हां दी हैगी 12 लाख रुपया। ਅਸੀਂ ਉਹਨਾਂ ਦੀ 12 ਲੱਖ ਸੈਲਰੀ ਐਡ ਕੀਤੀ ਹੈ। ਐਗਰੀਕਲਚਰ ਇਨਕਮ ਅਸੀਂ ਨਹੀਂ ਪਾਈ, ਕੋਈ ਐਗਰੀਕਲਚਰ ਇਨਕਮ ਨਹੀਂ ਹੈ, ਨਾ ਹੀ ਕੋਈ ਹੋਰ ਹਾਊਸ ਪ੍ਰੋਪਰਟੀ, ਵਿਕਾਸ ਪੱਤਰ, NSC ਵਗੈਰਾ, ਫੈਮਿਲੀ ਪੈਨਸ਼ਨ ਵੀ ਨਹੀਂ ਮਿਲਦੀ। ਜੇ ਹੋ ਸਕਦੀ ਤੁਸੀਂ ਪਾ ਸਕਦੇ ਹੋ, ਪਰ ਆਪਾਂ ਉਦਾਹਰਨ ਤੌਰ ਤੇ ਟੋਟਲ 12 ਲੱਖ ਆਮਦਨ ਲਈ ਹੈ। ਹੁਣ ਆਪਾਂ ਜਿਹੜੀਆਂ ATC ਦੇ ਵਿੱਚ ਡਿਡਕਸ਼ਨ ਦੇਖਣੀਆਂ ਕਿਹੜੇ ਕਿਹੜੇ ਨੇ। ਮੰਨ ਲਓ ਕਿ ਸਾਡੇ ਕੋਲ ਇੱਥੇ ਆਮ ਤੌਰ ਤੇ ਜਿਹੜੀਆਂ ਡਿਡਕਸ਼ਨ ਅਸੀਂ ਉਹੀ ਲਵਾਂਗੇ। ਉਹਨਾਂ ਨੇ ਇੱਕ ਲੋਨ ਲਿਆ ਹੈ ਜਿਸ ਉੱਪਰ 2 ਲੱਖ ਜਿਹੜਾ ਹੈ ਮੈਕਸਿਮਮ ਰਿਬੇਟ ਲੈ ਰਹੇ। ਉਹ NPS ਵਾਲੇ ਕਰਮਚਾਰੀ ਹੈ, ਇਸ ਕਰਕੇ 50,000 ਦੀ ਰਿਬੇਟ ਉਹ ਇੱਥੇ ਐਕਸਟਰਾ ਵੀ ਲੈ ਰਹੇ ਆ। GPF ਦੀ ਕੋਈ ਨਹੀਂ ਹੈ। NPS ਜੋ ਬਾਕੀ ਰਕਮ ਬਚ ਗਈ 55,000, 1,05,000 ਬਣਿਆ ਸੀ, 55,000 ਉਹ ਉਹਨਾਂ ਨੇ ਆਪਣੀ ਇੱਥੇ ਕੰਟਰੀਬਿਊਸ਼ਨ ਐਡ ਕਰ ਲਈ ਤੇ 50,000 ਉਹਨਾਂ ਨੇ ਐਕਸਟਰਾ ਵਿੱਚ ਐਡ ਕਰ ਲਈ 1,05,000 ਵਿੱਚ। ਟੋਟਲ 1,05,000 ਸੀ। GIS ਉਹਨਾਂ ਨੇ 360 ਰੁਪਏ ਆਪਣਾ ਐਡ ਕਰਤਾ। PPF ਵਿੱਚ ਵੀ 50,000 ਰੁਪਏ ਲਗਾਇਆ ਹੋਇਆ। ਤਾਂ ATC ਵਿੱਚ ਆਪਾਂ ਜਿਹੜਾ ਲਗਭਗ 1.5 ਲੱਖ ਪੂਰਾ ਕਰਨਾ। ਤਾਂ NSC ਵੀ ਮੰਨ ਲਓ ਉਹਨਾਂ ਨੇ ਲਏ ਹੋਏ, ਜਾਂ LIC ਦੀ ਪਾਲਿਸੀ ਕੋਈ ਲਈ ਹੋਈ ਹੈ 45,000 ਰੁਪਏ ਦੀ। ਜੇ ਕੋਈ ਹੋਰ ਹੈ ਉਹ ਵੀ ਤੁਸੀਂ ਪਾ ਸਕਦੇ ਹੋ। ਮੰਨ ਲਓ ਕਿ ਉਹਨਾਂ ਨੇ ਟਿਊਸ਼ਨ ਫੀਸ ਵੀ ਬੱਚਿਆਂ ਦੀ ਭਰੀ ਹੋਈ ਹੈ 25,000 ਰੁਪਏ। ਅਸੀਂ ਆਪਦੀ ਬਿਨਾਂ ਸੋਚੇ ਡਿਟੇਲ ਪਾ ਦੇਣੀ ਜੋ ਵੀ ਅਸੀਂ ਲੈ ਰਹੇ ਹਾਂ। ਇਹਨੇ ਆਪਣੇ ਆਪ ਹੀ 1.5 ਲੱਖ ਰੁਪਏ ਦੀ ਕਟੌਤੀ ਕਰਨੀ ਹੈ, ਬਾਕੀ ਵਾਧੂ ਰਕਮ ਨੂੰ ਇੱਕ ਸਾਈਡ ਤੇ ਕਰ ਦੇਣਾ। ਕੋਈ ਸਟੈਂਪ ਡਿਊਟੀ ਹੈ, ਕੋਈ ਹੋਰ ਰਜਿਸਟਰੀ ਫੀਸ ਹੈ, ਉਹ ਵੀ ਇੱਥੇ ਪਾ ਸਕਦੇ ਹਾਂ ਅਸੀਂ। ਹੈਲਥ ਕੈਪ ਹੈ, ਪੈਨਸ਼ਨ ਫੰਡ 'ਚ ਪੈਸਾ ਲਾਇਆ ਹੋਇਆ, ਬੌਂਡ ਲੌਂਗ ਟਰਮ ਲਾਏ ਹੋਏ ਹੈ, ਜਾਂ ਕੋਈ ਹੋਰ ਤਰ੍ਹਾਂ ਦੀ ਰਿਲੀਫ ਹੈ। ਤਾਂ ਮੰਨ ਲਓ ਕਿ ਉਹਨਾਂ ਨੇ ਹੁਣ ਤੱਕ ਜਿਹੜਾ ਉਹ 32,000 ਟੈਕਸ ਵੀ ਭਰਿਆ ਹੋਇਆ, ਟੈਕਸ ਆਲਰੇਡੀ ਪੇਡ। ਇਸ ਤੋਂ ਬਾਅਦ ਅਗਲੇ ਕਾਲਮ ਆਪਾਂ ਛੱਡ ਦਿੰਦੇ ਹਾਂ। ਉਹਨਾਂ ਦੇ ਪ੍ਰਿੰਸੀਪਲ ਦਾ ਨਾਮ ਅਸੀਂ ਲਿਖ ਦਿੰਦੇ ਇੱਥੇ। ਮੰਨ ਲਓ ਕਿ ਉਹਨਾਂ ਦੇ ਪ੍ਰਿੰਸੀਪਲ ਕੁਲਬੀਰ ਸਿੰਘ ਨੇ। ਪ੍ਰਿੰਸੀਪਲ ਕਿਸੇ ਸਕੂਲ ਦਾ ਨਾਮ ਲਿਖਣ ਦੀ ਵਜ੍ਹਾ ਅਸੀਂ ਉਹਨਾਂ ਦੇ ਪ੍ਰਿੰਸੀਪਲ ਸਿਟੀ ਦਾ ਨਾਮ ਨੇ ਨਾਲ ਲਿਖ ਦਿੱਤਾ। ਹੁਣ ਅਸੀਂ ਦੇਖਣਾ ਟੈਕਸ ਪਰਫਾਰਮ ਤੇ ਜਾਣਾ। ਸਾਡੀ ਇਨਫੋਰਮੇਸ਼ਨ ਕੰਪਲੀਟ ਹੋ ਗਈ ਹੈ ਟੈਕਸ ਪਰਫਾਰਮ। ਤਾਂ ਹੁਣ ਅਸੀਂ ਇੱਥੋਂ ਨਾਮ ਸਿਲੈਕਟ ਕਰਾਂਗੇ। ਜਿੰਨੇ ਤੁਸੀਂ ਇੱਕ ਵਾਰ 'ਚ 30 ਮੁਲਾਜ਼ਮਾਂ ਦਾ ਡਾਟਾ ਭਰ ਸਕਦੇ ਹੋ। ਅਸੀਂ ਪਹਿਲੇ ਨੰਬਰ ਤੇ ਰੁਪਿੰਦਰ ਸਿੰਘ ਦਾ ਡਾਟਾ ਭਰਿਆ ਸੀ। ਤਾਂ ਦੇਖੋ ਰੁਪਿੰਦਰ ਸਿੰਘ ਕਲਰਕ ਬਠਿੰਡਾ, ਉਹਨਾਂ ਦਾ ਪੈਨ ਨੰਬਰ, ਪ੍ਰੈਨ ਨੰਬਰ, ਆਮ ਟੋਟਲ ਆਮਦਨ 12 ਲੱਖ ਰੁਪਇਆ। ਡਿਵੈਲਪਮੈਂਟ ਟੈਕਸ ਅਸੀਂ ਉਧਰ ਐਂਟਰੀ ਕਰਨੀ ਰਹਿ ਗਈ ਹੈ, ਉਹ ਵੀ ਕਰ ਲੈਂਦੇ ਹਾਂ। ਡਿਵੈਲਪਮੈਂਟ ਟੈਕਸ ਦੀ ਤਾਂ ਕਟੌਤੀ ਹੋਈ ਹੈ। ਇਹ ਫਿਰ ਡਿਵੈਲਪਮੈਂਟ ਟੈਕਸ 2400 ਰੁਪਏ। ₹2400 ਡਿਵੈਲਪਮੈਂਟ 12 ਲੱਖ ਵਿੱਚੋਂ ਕੱਟਿਆ ਗਿਆ। 50,000 ਦੀ ਸਟੈਂਡਰਡ ਡਿਡਕਸ਼ਨ, 11,47,600 ਜਿਹੜਾ ਬਾਕੀ ਬਚ ਗਿਆ। ਇਸੇ ਤਰ੍ਹਾਂ ਅਗਲੀਆਂ ਰਕਮਾਂ ਦੇ ਵਿੱਚ 2 ਲੱਖ ਰੁਪਇਆ ਹੋਮ ਲੋਨ, 50,000 ਰੁਪਇਆ NPS, ਇਹ 2.5 ਲੱਖ ਰੁਪਇਆ ਜਿਹੜਾ ਡਿਡਕਟ ਹੋ ਗਿਆ। 8,97,600 ਰੁਪਇਆ ਰਹਿ ਗਿਆ। ਇਸ ਤੋਂ ਬਾਅਦ ਸਾਡੀਆਂ ਜਿਹੜੀਆਂ ਅਸੀਂ ਕਟੌਤੀਆਂ ਕੀਤੀਆਂ ਸੀ ਉਹ ਸਾਰੀ ਤਰ੍ਹਾਂ ਦੀਆਂ 55,000 NPS, PPF 50,000, 360 GIS, 45,000 LIC ਲਾਈਫ ਇੰਸ਼ੋਰੈਂਸ, 25,000 ਟਿਊਸ਼ਨ ਫੀਸ। ਇਹ ਸਾਰੇ ਤਰ੍ਹਾਂ ਦੀਆਂ ATC 'ਚ ਅਸੀਂ ਆਪਸ਼ਨ ਜਿਹੜੀਆਂ ਪਾਤੀਆਂ ਸੀ, ਜਿਹੜੀਆਂ ਕਿ 1,75,360 ਰੁਪਏ ਬਣੀਆਂ ਸਨ। ਹੁਣ ਮੈਕਸੀਮਮ ਜਿਹੜੀ ਅਸੀਂ ਆਪਸ਼ਨ ਲੈ ਸਕਦੇ ਹਾਂ ਉਹ 1,50,000 ਦੀ ਰਿਬੇਟ ਲੈ ਸਕਦੇ ਹਾਂ ATC ਦੇ ਵਿੱਚ।
ਤਾਂ ATC ਵਿੱਚ 1,50,000 ਦੀ ਰਿਬੇਟ ਹੋਰ ਜਿਹੜੀ ਹੈ ਉਹ ਕੈਲਕੂਲੇਟਰ ਨੇ ਆਪਣੇ ਆਪ ਦੇ ਦਿੱਤੀ। ਜਦੋਂ ਇਹ 1,50,000 ਘਟਾਇਆ ਗਿਆ ਤਾਂ ਸਾਡੀ ਟੈਕਸੇਬਲ ਇਨਕਮ ਰਹਿ ਗਈ ਹੈ 7,47,600। ਹੁਣ ਆਪਾਂ ਨੂੰ ਪਤਾ ਕਿ ਪਹਿਲੇ 5 ਲੱਖ ਤੱਕ 5% ਟੈਕਸ ਹੈ 12,500, 5 ਲੱਖ ਤੋਂ 10 ਲੱਖ ਤੱਕ 20% ਹੈ ਪੁਰਾਣੇ ਸਿਸਟਮ ਵਿੱਚ। ਤਾਂ ਜੋ ਵੀ ਬਚਿਆ ਸੀ 5 ਲੱਖ ਤੋਂ ਉੱਪਰ 2,47,000, ਉਸ ਤੇ 49,520 ਰੁਪਏ ਟੈਕਸ ਬਣ ਗਿਆ, 62,020 ਰੁਪਏ ਟੈਕਸ ਹੋ ਗਿਆ। ਉੱਪਰ ਸੈਸ ਵਗੈਰਾ ਲਗਾ ਕੇ 64,500 ਰੁਪਏ ਜਿਹੜੀ ਰਕਮ ਬਣ ਗਈ ਹੈ। 32,000 ਅਸੀਂ ਪਹਿਲਾਂ ਹੀ ਭਰ ਚੁੱਕੇ ਹਾਂ ਤੇ 32,501 ਰੁਪਇਆ ਸਾਡਾ ਬੈਲੈਂਸ ਟੈਕਸ ਹੈ ਜਿਹੜਾ ਅਸੀਂ ਹੋਰ ਭਰਨਾ। ਇਹ ਪਹਿਲੀ ਆਪਸ਼ਨ ਦੇ ਮੁਤਾਬਕ ਟੈਕਸ ਕੈਲਕੂਲੇਟਰ ਨੇ ਆਪਣੇ ਆਪ ਹੀ ਜਿਹੜੀ ਟੈਕਸ ਦੀ ਦੇਣਦਾਰੀ ਹੈ ਉਹ ਨਿਸ਼ਚਿਤ ਕਰਤੀ ਹੈ, ਸੈੱਟ ਕਰ ਦਿੱਤੀ ਗਈ ਹੈ। ਹੁਣ ਅਸੀਂ ਦੇਖਣਾ ਦੂਸਰੇ ਆਪਸ਼ਨ ਦੇ ਰਾਹੀਂ ਉੱਥੇ ਕਿੰਨਾ ਟੈਕਸ ਬਣਿਆ। ਇੱਧਰ ਦੇਖਦੇ ਅਸੀਂ ਕਿ ਸਾਡਾ 24 ਰੁਪਏ ਕੱਢਣ ਤੋਂ ਬਾਅਦ, ਡਿਵੈਲਪਮੈਂਟ ਟੈਕਸ ਕੱਢਣ ਤੋਂ ਬਾਅਦ ਪੂਰੀ ਦੀ ਪੂਰੀ ਆਮਦਨ ਉੱਪਰ ਜਿਹੜਾ ਟੈਕਸ ਬਣਾ ਦੇਣਾ ਘਟੀਆਂ ਦਰਾਂ ਨਾਲ, ਕਿਸੇ ਤਰ੍ਹਾਂ ਦੀ ਕੋਈ ਵੀ ਰਿਬੇਟ ਨਹੀਂ ਦੇਣੀ। ਅਸੀਂ ਲਾਸਟ ਤੇ ਗਏ 5 ਲੱਖ ਤੱਕ 12,500, ਫਿਰ 25,000, ਫਿਰ 37,500 ਤੇ ਫਿਰ 39,520 ਰੁਪਏ। ਇਸ ਤਰ੍ਹਾਂ ਸਾਡਾ ਟੈਕਸ ਜਿਹੜਾ 1,19,101 ਰੁਪਏ ਬਣਿਆ ਨਵੀਂ ਟੈਕਸ ਸਲੈਬ ਦੇ ਮੁਤਾਬਕ। 32,000 ਭਰ ਚੁੱਕੇ ਹਾਂ, 87,101 ਰੁਪਏ ਜਿਹੜਾ ਟੈਕਸ ਦੀ ਦੇਣਦਾਰੀ। ਤਾਂ ਕਲੀਅਰ ਕੱਟ ਹੈ ਕਿ ਸਾਨੂੰ ਪੁਰਾਣੀ ਆਪਸ਼ਨ ਦੇ ਵਿੱਚ ਫਾਇਦਾ ਜੇਕਰ ਸਾਡਾ ਲੋਨ ਵਗੈਰਾ ਲਿਆ ਹੋਇਆ। ਸਾਨੂੰ ਇੱਥੇ ਵਿਚਕਾਰ ਦੱਸ ਵੀ ਦਿੰਦਾ ਕਿ ਟੈਕਸ ਵਿਦ ਓਲਡ ਆਪਸ਼ਨ 64,000 ਰੁਪਏ ਬਣਦਾ ਤੇ ਟੈਕਸ ਵਿਦ ਨਿਊ ਆਪਸ਼ਨ 1,19,000 ਰੁਪਏ ਟੈਕਸ ਹੈ ਬਣਦਾ ਹੈ 54,600 ਰੁਪਇਆ ਵੱਧ ਟੈਕਸ ਬਣ ਰਿਹਾ ਨਵੀਂ ਆਪਸ਼ਨ ਦੇ ਨਾਲ। ਇਸ ਕਰਕੇ ਓਲਡ ਟੈਕਸ ਸਕੀਮ ਇਜ਼ ਬੈਟਰ। ਤਾਂ ਸਾਨੂੰ ਇਹ ਕੈਲਕੂਲੇਟਰ ਨਿਚੋੜ ਕੱਢ ਕੇ ਦੱਸਦਾ ਕਿ ਪੁਰਾਣਾ ਓਲਡ ਜਿਹੜਾ ਟੈਕਸ ਸਕੀਮ ਹੈ ਉਹ ਸਾਡੇ ਲਈ ਬੈਟਰ ਹੈ ਉਸ EMPLOYEE ਲਈ ਜਿਹਦਾ ਡਾਟਾ ਭਰਿਆ ਜਾ ਰਿਹਾ। ਇਸੇ ਤਰ੍ਹਾਂ ਹੀ 16 ਨੰਬਰ ਵੀ ਤੁਹਾਡੇ ਤਿਆਰ ਕਰ ਦਿੱਤੇ ਗਏ ਦੋਨੋਂ। ਇਹ ਦੋਨੋਂ ਤਿਆਰ ਕੀਤੇ ਆ ਕਿ ਜੇਕਰ ਤੁਹਾਨੂੰ ਦੂਸਰੇ ਸੈਕੰਡ ਆਪਸ਼ਨ ਵਿੱਚ ਫਾਇਦਾ ਹੈ, ਬੈਟਰ ਹੈ, ਤਾਂ ਉਹ ਤੁਸੀਂ ਪ੍ਰਿੰਟ ਮਾਰੋ, ਨਹੀਂ ਫਾਇਦਾ ਤਾਂ ਤੁਸੀਂ ਜਿਹੜੀ ਹੈ ਪੁਰਾਣੀ ਟੈਕਸ ਸਕੀਮ ਦਾ ਪ੍ਰਿੰਟ ਜਿਹੜਾ ਹੈ ਉਹ ਲੈ ਸਕੋ। ਤਾਂ ਇਸ ਤਰ੍ਹਾਂ ਦੋਨੋਂ ਹੀ ਜਿਹੜੀਆਂ ਸਕੀਮਾਂ ਉਹ ਸਾਡੇ ਸਾਹਮਣੇ ਆ ਗਈਆਂ। ਫੈਸਲਾ ਅਸੀਂ ਖੁਦ ਕਰਨਾ ਕਿ ਅਸੀਂ ਕਿਹੜੀ ਸਕੀਮ ਵਿੱਚ ਜਾਣਾ ਚਾਹੁੰਦੇ ਹਾਂ। ਇਸ ਜਗ੍ਹਾ 'ਤੇ ਤੁਸੀਂ ਆਪਣੀਆਂ ਰਿਬੇਟਸ ਵਗੈਰਾ ਇਹਨਾਂ ਨੂੰ ਕੱਢ ਕੇ ਵੀ ਚੈੱਕ ਕਰ ਸਕਦੇ ਹੋ। ਜੇ ਅਸੀਂ ਨੂੰ 2 ਲੱਖ ਹੋਮ ਲੋਨ ਮੰਨ ਲਓ ਨਹੀਂ ਲਿਆ ਹੋਇਆ, ਅਸੀਂ ਇਸ ਨੂੰ ਡਿਲੀਟ ਕਰਦੇ ਹਾਂ। ਹੋਮ ਲੋਨ ਨੂੰ ਅਸੀਂ ਛੱਡ ਦਿੰਦੇ ਹਾਂ ਕਿ ਹੋਮ ਲੋਨ ਨਹੀਂ ਲਿਆ ਹੋਇਆ। ਹੁਣ ਟੈਕਸ ਦੇਖਾਂਗੇ ਤਾਂ ਦੇਖੋ ਹੁਣ ਫਰਕ ਅੰਤਰ 13,000 ਦਾ ਰਹਿ ਗਿਆ, ਪਰ ਅਜੇ ਤੱਕ ਵੀ ਓਲਡ ਟੈਕਸ ਸਕੀਮ ਬੈਟਰ ਹੈ ਨਿਊ ਟੈਕਸ ਸਕੀਮ ਦੇ ਮੁਤਾਬਕ। ਤਾਂ ਮੈਂ ਉਮੀਦ ਕਰਦਾ ਕਿ ਤੁਹਾਨੂੰ ਕੈਲਕੂਲੇਟਰ ਦੀ ਮਦਦ ਨਾਲ ਸਕੀਮ ਦੀ ਜਾਣਕਾਰੀ ਹੋਈ ਵੀ ਸਾਨੂੰ ਕਿਹੜੀ ਆਪਸ਼ਨ ਲੈਣੀ ਚਾਹੀਦੀ ਹੈ। ਪਲੱਸ ਇਸ ਕੈਲਕੂਲੇਟਰ ਦੀ ਮਦਦ ਨਾਲ ਤੁਹਾਨੂੰ ਕੈਲਕੂਲੇਟ ਕਰਨਾ ਵੀ ਹੋਰ ਜ਼ਿਆਦਾ ਸੌਖਾ ਹੋ ਜਾਣਾ। ਤੁਸੀਂ ਇਹ ਕੈਲਕੂਲੇਟਰ ਮੰਗਾਉਣ ਲਈ ਇਸ ਮੇਲ ID ਤੇ utilect@gmail.com ਤੇ ਈਮੇਲ ਕਰ ਸਕਦੇ ਹੋ ਤਾਂ ਜੋ ਤੁਹਾਨੂੰ ਇਹ ਕੈਲਕੂਲੇਟਰ ਮਿਲ ਸਕੇ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।